ਅੱਜ ਵੀ ਇੱਥੇ 9 ਡਿਗਰੀ ਟੈਂਪਰੇਚਰ ਹੈ। ਉਂਝ ਠੰਡ ਕੋਈ ਘੱਟ ਲੱਗਦੀ ਹੈ ਇਸ ਵਾਸਤੇ ਕਿ ਹਵਾ ਅੱਜ ਓਨੀ ਨਹੀਂ ਚੱਲਦੀ ਜਿੰਨੀ ਕੱਲ੍ਹ ਚੱਲਦੀ ਸੀ। ਹੁਣ ਮੈਂ ਨਿਕਲਿਆ, ਉਹ ਸਾਹਮਣੇ ਤੁਹਾਨੂੰ ਬਿਲਡਿੰਗ ਦਿਸਣ ਡਈ ਹੈ ਨਾ, ਉਹ ਛੋਟੇ ਛੋਟੇ ਮੀਨਾਰ, ਇਹ ਚਰਚ ਹੁੰਦਾ ਸੀ ਇੱਥੇ ਨਾ। ਅਤੇ ਇਹਨਾਂ ਨੇ ਫਿਰ ਮੁਸਲਮਾਨਾਂ ਨੇ ਇੱਥੇ ਇਹਨਾਂ ਕੋਲ ਮੁੱਲ ਲੈ ਕੇ ਅਤੇ ਇਸ ਚਰਚ ਨੂੰ ਜਿਹੜਾ ਉਹ ਕਨਵਰਟ ਕਰਤਾ ਹੈ ਮਸਜਿਦ ਦੇ ਵਿੱਚ, ਅਤੇ ਇਹਦਾ ਨਾਂ ਰੱਖਿਆ ਇਹਨਾਂ ਮਸਜਿਦ السلام। ਅਤੇ ਕੋਈ ਇੱਥੇ ਇਹ ਪਾਬੰਦੀ ਨਹੀਂ ਹੈਗੀ ਤੁਸੀਂ ਵਹਾਬੀ ਹੋ, ਸੁੰਨੀ ਹੋ, ਸ਼ੀਆ ਹੋ, ਕੋਈ ਵੀ ਤੁਹਾਡਾ ਮਸਲਾ ਕਿ ਤੁਸੀਂ ਆਉਂਦੇ ਹੋ ਇੱਥੇ ਆ ਕੇ ਤੇ ਨਮਾਜ਼ ਪੜ੍ਹਦੇ ਹੋ, ਜੁਮਾ ਹੋਵੇ, ਈਦਾਂ ਹੋਣ, 3-3 4-4 ਜੁਮੇ ਵੀ ਹੁੰਦੇ ਨੇ, 3-3 4-4 ਈਦਾਂ ਦੀਆਂ ਨਮਾਜ਼ਾਂ ਵੀ ਹੋ ਜਾਂਦੀਆਂ ਨੇ। ਬੜੇ ਸਲੂਕ ਨਾਲ, ਬੜੇ ਇਤਫਾਕ ਨਾਲ ਰਹਿੰਦੇ ਨੇ ਸਾਰੇ। ਇਹੋ ਜਿਹਾ ਕਲਚਰ ਨਹੀਂ ਹੈਗਾ ਹੱਥ ਛੱਡ ਕੇ ਕਿਉਂ ਪੜ੍ਹੀ ਆ, ਟੋਪੀ ਸਿਰ 'ਤੇ ਰੱਖੀ ਆ ਕਿ ਨਹੀਂ ਰੱਖੀ, ਉੱਚੀ ਆਮੀਨ ਆਖਿਆ ਹੀ ਕਿ ਨਹੀਂ ਆਖਿਆ। ਫਿਰ ਇਸ ਪਾਸੇ ਤੁਸੀਂ ਵੇਖਦੇ ਹੋ ਸਿਸਟਰਸ ਐਂਟਰੈਂਸ, ਖੁਆਤੀਨ ਲਈ ਅਲੱਗ ਇੰਤਜ਼ਾਮ ਹੈ। ਇੱਕ ਤਾਂ ਬੇਸਮੈਂਟ ਹੈ, ਇੱਕ ਉੱਤੇ ਗਰਾਊਂਡ ਫਲੋਰ ਹੈ, ਇੱਕ ਉੱਤੇ 2 ਮੰਜ਼ਿਲਾਂ ਹੋਰ ਵੀ ਹੈ ਨੇ। ਬੜੀ ਦੁਨੀਆ ਮਾਸ਼ਾਅੱਲਾ ਆਉਂਦੀ ਹੈ ਅਤੇ ਇੱਥੇ ਆ ਕੇ ਲੋਕ ਆਪਣੇ ਇਬਾਦਤ ਕਰਦੇ ਨੇ। ਅੱਛਾ, ਕੱਲ੍ਹ ਜਿਹੜੀ ਅਸੀਂ ਗੱਲ ਸ਼ੁਰੂ ਕੀਤੀ ਸੀ ਕਿ ਔਖੇ ਭਾਰੇ ਵੇਲੇ ਆਉਂਦੇ ਰਹਿੰਦੇ ਨੇ, ਇਹਨਾਂ ਔਖੇ ਭਾਰੇ ਵੇਲਿਆਂ ਨੂੰ ਅਗਰ ਕੋਈ ਕੱਟਦਾ ਨਾ ਅਤੇ ਰੱਬ ਦੀਆਂ ਤਦਬੀਰਾਂ ਹੀ ਕੱਟਦੀਆਂ ਨੇ। ਅਤੇ ਗੱਲ ਇੱਥੇ ਮੁੱਕੀ ਸੀ ਕਿ ਫਿਰੌਨ ਜਿਹੜਾ ਸਿਰਫ ਇੱਕ ਬੰਦੇ ਦਾ ਨਾਂ ਸੀ, ਖਾਨਦਾਨ ਕਈ ਉਹਨਾਂ ਦੇ ਬਾਦਸ਼ਾਹ ਆਏ ਨਸਲ ਦਰ ਨਸਲ, ਰਾਜੇ ਮਹਾਰਾਜੇ ਕਹਿ ਲਓ ਉਸ ਵਕਤ ਦੇ ਮਿਸਰ ਦੇ ਇਲਾਕੇ ਦੇ ਵਿੱਚ ਨਾ। ਅਤੇ ਗੱਲ ਇੱਥੋਂ ਤੱਕ ਆਪਣੀ ਸੀ ਵੀ ਫਿਰੌਨ ਤਾਂ ਚਾਹੁੰਦਾ ਸੀ ਕਿ ਕੋਈ ਮੁੰਡਾ ਜੰਮੇ ਹੀ ਨਾ ਉਹਦੇ ਇਲਾਕੇ ਵਿੱਚ, ਇਸ ਵਾਸਤੇ ਕਿ ਉਹਨੂੰ ਉਹਦੇ ਸਿਆਣਿਆਂ ਨੇ, ਵਜ਼ੀਰਾਂ ਨੇ ਕਿਹਾ ਸੀ ਕਿ ਮੁੰਡੇ ਕਿਸੇ ਨੇ ਜੰਮਣਾ, ਤੈਨੂੰ ਅਤੇ ਤੇਰੇ ਇਕਤਦਾਰ ਨੂੰ ਖਤਰਾ ਉਹਨਾਂ ਕੋਲੋਂ ਹੀ ਹੈ। ਬਹਰਹਾਲ ਉਹ ਗੱਲ ਇੱਥੋਂ ਤੱਕ ਕੱਲ੍ਹ ਆਪਣੀ ਸੀ ਸਾਡੀ ਕਿ ਜਿਸ ਵੇਲੇ ਹਜ਼ਰਤ ਮੂਸਾ अलैहिस्सलाम ਵੱਡੇ ਹੋਏ, ਅੱਲਾ ਨੇ ਉਹਨਾਂ ਨੂੰ ਤੌਫੀਕ ਦਿੱਤੀ, ਹੁਕਮ ਦਿੱਤਾ ਵੀ ਜਾ ਫਿਰੌਨ ਨੂੰ ਸੁਨਾਹ ਦੇ ਮੇਰਾ। ਉਹਨੇ ਸੁਨਾਹ ਨਾ ਮੰਨਿਆ, ਜਾਦੂ ਦਾ ਮੁਕਾਬਲਾ ਹੋਇਆ ਅਤੇ ਜਿਹੜਾ ਆਸਾ ਲਾਠੀ ਆਪ ਅੱਲਾ ਦੇ ਪੈਗੰਬਰ ਦੇ ਕੋਲ ਸੀ, ਉਹਨੇ ਸਾਰੇ ਛੋਟੇ ਛੋਟੇ ਜਿਹੜੇ ਸੱਪ ਬਣਾਏ ਸਨ ਜਾਦੂ ਨਾਲ, ਉਹਦੇ ਆਪਣਾ ਫਿਰੌਨ ਦੇ ਮਸ਼ੀਰਾਂ ਨੇ ਜਾਂ ਜਾਦੂਗਰਾਂ ਨੇ ਇਲਾਕੇ ਦੇ, ਉਹ ਸਾਰੇ ਵੱਡਾ ਅਜਦਾ ਉਹਨਾਂ ਨੂੰ ਖਾ ਗਿਆ। ਫਿਰ ਲੜਾਈ ਜਿਸ ਵੇਲੇ ਵੱਧ ਗਈ ਅਤੇ ਮੈਂ ਤੁਹਾਨੂੰ ਦੱਸਿਆ ਸੀ ਕਿ ਬਨੀ ਇਸਰਾਈਲ 'ਤੇ ਬੜਾ ਹੀ ਜ਼ੁਲਮ ਹੋਣ ਲੱਗ ਪਿਆ ਕਿ ਲੋਕ ਬਗਾਵਤ ਕਰ ਗਏ ਕਿ ਹਜ਼ਰਤ ਮੂਸਾ अलैहिस्सलाम ਸੱਚਾ ਹੈ ਅਤੇ ਫਿਰੌਨ ਨੂੰ ਕਹਿਣ ਲੱਗੇ ਵੀ ਤੂੰ ਝੂਠਾ ਹੈ। ਉਹਨੇ ਹੋਰ ਤਸ਼ੱਦਦ ਕੀਤਾ, ਹੋਰ ਜ਼ੁਲਮ ਕੀਤਾ। ਜਿਵੇਂ ਜਿਵੇਂ ਉਹਨੇ ਤਸ਼ੱਦਦ ਕੀਤਾ, ਜਿਵੇਂ ਜਿਵੇਂ ਉਹਨੇ ਜ਼ੁਲਮ ਕੀਤਾ, ਬਗਾਵਤ ਵੱਧਦੀ ਗਈ। ਅਖੀਰ ਹਜ਼ਰਤ ਮੂਸਾ अलैहिस्सलाम ਬਨੀ ਇਸਰਾਈਲ ਦੇ ਆਪਣੇ ਕੌਮ ਦੇ ਲੋਕਾਂ ਨੂੰ, ਜਿਹੜੇ ਮਜ਼ਲੂਮ ਸਨ ਜਾਂ ਉਹਨਾਂ ਦੇ ਨਾਲ ਹੋਰ ਵੀ ਜਿਹੜੇ ਸਨ ਜਿਨ੍ਹਾਂ ਨਾਲ ਕੋਈ ਧੱਕੇਸ਼ਾਹੀ ਹੁੰਦੀ ਸੀ ਨਾ, ਉਹਨਾਂ ਨੂੰ ਲੈ ਕੇ ਤੇ ਤੁਰ ਪਏ। ਹੁਣ ਜਾਣ ਡਏ ਨਾ, ਦਰਿਆਏ ਨੀਲ ਕ੍ਰਾਸ ਕਰਨਾ ਸੀ, ਦਰਿਆਏ ਨੀਲ ਦੇ ਵਿੱਚੋਂ ਲੰਘਣ ਲੱਗੇ ਅਤੇ ਅੱਲਾਹ ਤਾਲਾ ਦੱਸਦਾ ਹੈ ਕਿ ਮੈਂ ਤੁਹਾਡੀ ਤਦਬੀਰਾਂ ਕੀ ਕੀਤੀਆਂ ਤੁਹਾਡੇ ਲਈ। ਇੱਕ ਤਾਂ ਮੂਸਾ अलैहिस्सलाम ਨੂੰ ਫਿਰੌਨ ਦੇ ਘਰ ਵਿੱਚ ਬਚਪਨ ਤੋਂ ਲੈ ਕੇ ਜਵਾਨੀ ਤੱਕ ਪਾਲਿਆ। ਅੱਗੋਂ ਹੁਣ ਅਗਲੀ ਨੇਕੀ ਬਨੀ ਇਸਰਾਈਲ 'ਤੇ ਕਿ ਜਦੋਂ ਬੜੀ ਮਜ਼ਲੂਮ ਇਹ ਕੌਮ ਹੋ ਗਈ, ਅੱਲਾਹ ਤਾਲਾ ਫਰਮਾਉਂਦੇ ਨੇ ਕਿ ਮੈਂ ਤੁਹਾਨੂੰ ਉਸ ਜਬਰ ਔਰ ਜ਼ੁਲਮ ਦੇ ਮਾਹੌਲ 'ਚੋਂ ਕੱਢਿਆ ਜਿਸ ਵੇਲੇ ਹਜ਼ਰਤ ਮੂਸਾ अलैहिस्सलाम ਬਨੀ ਇਸਰਾਈਲ ਦੇ ਲੋਕਾਂ ਨੂੰ ਲੈ ਕੇ ਦਰਿਆ 'ਚ ਵੜੇ ਅਤੇ ਦਰਿਆ 2 ਪੱਟ ਹੋ ਗਿਆ, ਰਾਹ ਬਣ ਗਿਆ ਅਤੇ ਹਜ਼ਰਤ ਮੂਸਾ अलैहिस्सलाम ਆਪਣੇ ਸਾਥੀਆਂ ਨਾਲ ਨਿਕਲ ਗਏ। ਅਤੇ ਜਿਸ ਵੇਲੇ ਪਿੱਛੇ ਆਏ ਇਹਦਾ ਲਸ਼ਕਰ ਆਇਆ ਫਿਰੌਨ ਦਾ, ਉਹ ਵਿਚਕਾਰ ਵਾਲੀ ਪੜਿਆ ਅਤੇ ਜਿਹੜਾ ਉਹ ਪਾਣੀ ਨੂੰ ਤੋੜਿਆ ਸੀ, ਰਾਹ ਬਣਾਇਆ ਸੀ, ਪਾਣੀ ਨੂੰ ਇਕੱਠਾ ਕਰਤਾ, ਉਹ ਸਾਰੇ ਮਰ ਗਏ ਉਹਦੇ 'ਚ।
ਉਹ ਹੁਣ ਵੀ ਸੂਰਤ ਹਾਲ ਹੈ। ਕਾਇਰਾ ਜਾਈਏ ਨਾ, तो मैं एक दो बारी उत्थे चक्कर लग्या मेरा, तो अज भी वो फिरौन की लाश पई है। फिरौन असीं समझने को बड़ा वड्डा, बड़ा कदवर होएगा, बड़ा ये नहीं आम बंदियां को बंदा सी, वो भी उन्हें जालिम सी। खैर वो जिस वेले वो वाक़या हो गया, तो जजीरा नुमा सीना नूं कहंदे ने, ये मिस्र के इलाके दे विच बाहर जिस वेले निकलो ना, फिरौन के इलाके चों निकले ना, तो उत्थे ये चले गए जाके बनी इसराइल वस पे उत्थे। तो फिर अल्लाह के रसूल नूं, हज़रत मूसा अलैहिस्सलाम नूं रब ने सद्दिया भी कोहे तूर ते आ, मैं तेरे नाल कोई गल्लां करनी है। वो नाल अपने कुछ बंदे भी लै आई अपने, तो 70 कुछ बंदे अपने हज़रत मूसा अलैहिस्सलाम नाल लै गए, ਜਿਹੜੇ बनी इसराइल ਦੇ ਹਨ, ਸਿਆਣੇ ਕਹਿ ਲਓ, ਚੌਧਰੀ ਜਿਹੜੇ ਉਸ ਵੇਲੇ ਦੇ ਹੋਣਗੇ ਨੁਮਾਇੰਦੇ ਉਹਨਾਂ ਦੇ। ਉੱਥੇ ਜਿਸ ਵੇਲੇ ਗਏ तो जाके उत्थे क्यों अल्लाह के रसूल ने कहा तुसीं इत्थे खलोवो, हुण मैं गल सुनना रब दी। रब ने उत्थे उस मौके ते फुरकान अनायत कीता, उस सहीफा या और डॉकूमेंट कह लो तुसीं, दस्तावेज़ जिहड़ी कि तुसीं सहीफा कह लो कि जिहड़ा जिवें कुरान आप सल्लल्लाहु अलैहि वसल्लम ते उन्हां नूं जिवें मिल गया वो फुरकान, जिन्हों आम तौर पर असीं कहने कि तौरात, ज़बूर, इंजील, कुरान की तरतीब विच मिलदे, वो सहीफा मिल गया। उन्हां बंदियां ने जिद की कि तू आना मैं रब नाल गल करके आया ते तू साडे सामने गल कर। उन्हां आख्या तुसीं नहीं गल कर सकदे। उन्हां जिद की ते उन्हां नूं ना जिवें बिजली की कड़क नहीं पैंदी, एक कड़क पई बिजली की, तो उन्हां नूं सारे एक किस्म के धमोए मर गए। खैर फिर अल्लाह ताला ने उन्हां नूं जिंदा किया। वो टुर पे वापस जिस अपनी बस्ती च आए तो उन्हें वेख्या कि आउंदियां नूं ना जिहड़े हज़रत मूसा अलैहिस्सलाम ने सुना दिता सी ना कि इक्को रब नूं पूजना ते किसी बुत नूं नहीं पूजना, वो आउंदियां ही उन्हां दे आउंदियां नूं बछड़ा नूं उन्हां मबूद बनाया कि साडा रब है ही बछड़ा, गाय का बच्चा जिहड़ा हुंदा। वो 4 सवेरे हज़रत यूसुफ अलैहिस्सलाम जिहड़े जदों मिस्र च आए सन ना, बहुत पहलों इस वाक़े तो, उदों भी इत्थे परस्तश जिहड़ी है ना ये हुंदी सी गाइयां दी, बैलां दी, लेकिन हज़रत यूसुफ अलैहिस्सलाम दे दौर च फिर मुक गई, लेकिन बाद हौली हौली फिर शुरू हो गए। तो बनी इसराइल इन्हां ते सजरी नेकी कीती सी अल्लाह ने, पर होया कि भी इन्हां नूं नेकी भुल के ना तो ये सारे फिर उस काम ते लग गए, बछड़े पूजदे रहे। इन्हां ने हज़रत मूसा अलैहिस्सलाम ने आके आख्या भी ये तुसीं किहड़ा काम फड़िया बई, तुहानूं मैं डकिया सी इस काम तो। उन्हें आख्या नहीं असीं ते यही काम कर रहे हैं। वो फिर खैर उन्होंने समझाया कोई गल टुरी तो उन्होंने ते हुक्म होया, अल्लाह ने कहा कि इन्होंने कहो कि जिन्होंने यह काम शुरू किया है ना भैड़ा काम, इन्होंने सारे अपने हत्थी मार देन, तो जे इन्हें ना किया तो फिर इन्हां ते जिहड़ा ना अल्लाह वालों अज़ाब आएगा। वो कित्थे मानते हैं। हुण भी यही गल है कि जिन्नियां मर्जी चीकां मारते रहो, दुआई देंदे रहो, वो यह भैड़ा काम ना करो, वो यह पूजा रब तो छड्ड के किसी होर दी ना करो, वो न्याणे, वो यह रिजक, वो अपनी जरूरियात वास्ते रब दा रखना तो रब ना रखो। हुण साडी की सुणदा, कोई किसी दी नहीं सुणदा, अपनी अपनी दुकानां बना के बैठे ने, जिथे कि सिद्धा हुंदा करी जांदे ने। बहरहाल उस तो बाद अल्लाह ताला फिर उन्होंने कहंदे ने कि चलो आबाद होवो इत्थे तुसीं जिहड़ा भी होना। बड़ी देर फिर उन्होंने 40 साल तक, क्योंकि लखां बंदा मिस्र चों जिहड़ा वो फिरौन दे जुल्म की वजह तो वो सीना दे विच इकट्ठा हो गया सी। उत्थे हुण उन्हां नूं रहण नूं भी थां कोई नहीं सी। कई साल अल्लाह ताला ने बद्दल बनाए रखे आसमान ते, और आसमान दे बद्दल होण दी वजह तो उस जिहड़ा ना गर्मी तो बच गए। उन्हां दे घर ते है कोई नहीं सन, भावें बाहर भी बैठे रहिंदे तो उन्हां नूं हुंदा कुछ नहीं सी। फिर 40 साल इन्हां नूं मन सलवा दिता गया। ये रब हुण दस्सण डिया भी मैं कित्थे कित्थे तुहाडे ते नेकी कीती, तुसीं कित्थे कित्थे ना शुकरे बने। वो मन वो कहंदे धनीए वर्गे कोई बीऽ हुंदे हन, आंदे उत्तों जिवें मट्ठी मट्ठी बर्फ नहीं पैंदी सी, उहदे वांगू जमीन ते डिगदे हन।
ਜੰਮ ਜਾਂਦੇ ਹਨ ਉਹਨੂੰ ਖਰੋਚ ਖਰਾਚ ਕੇ ਖਾਂਦੇ ਹਨ ਅਤੇ ਬਾਕੀ ਸਲਵਾ ਆਉਂਦੇ ਨੇ ਬਟੇਰੇ ਨੂੰ। ਇਹ ਹਰ ਸ਼ਾਇਦ ਤਿਆਰ ਬਿਲਕੁਲ, ਨਾ ਕਿਸੇ ਮਿਹਨਤ ਨਾ ਗੱਲ ਨਾ ਬਾਤ, ਉਹ ਇਹਨਾਂ ਨੂੰ ਲੱਭ ਜਾਂਦੀ ਸੀ ਅਤੇ ਉਹ ਖਾਂਦੇ ਸਨ। ਖੈਰ ਉਹਨਾਂ ਕਿਹਾ ਜੀ ਨਹੀਂ, ਸਾਨੂੰ ਤਾਂ ਜਿਹੜਾ ਨਾ ਸਬਜ਼ੀਆਂ ਅਤੇ ਗੰਢੇ ਅਤੇ ਫਲਾਣੀ ਸ਼ਾਇਦ ਅਤੇ ਧਮਕਾਣੀ ਸ਼ਾਇਦ ਚਾਹੀਦੀ ਹੈ। ਫਿਰ ਮੂਸਾ अलैहिस्सलाम ਨੇ ਆਖਿਆ ਫਿਰ ਆਪ ਪਿੰਡੋਂ ਨਿਕਲ ਜਾਓ, ਤੁਸੀਂ ਇਹ ਜਿਹੜਾ ਦੇਹੀ ਇਲਾਕਾ ਨਾ ਤਾਂ ਸ਼ਹਿਰ ਜਾਓ, ਉੱਥੇ ਜਾ ਕੇ ਖਾ ਲਓ, ਉਹ ਜਿਹਨੇ ਸ਼ੁਕਰੇ ਨਾ ਬਣੋ, ਤੁਹਾਨੂੰ ਵਿਹਲਿਆਂ ਬੈਠਿਆਂ ਨੂੰ ਹਰ ਸ਼ੈ ਲੱਭਣ ਡਈ ਹੈ ਅਤੇ ਤੁਸੀਂ ਕਿਹੜੀ ਗੱਲ ਪਿੱਛੇ ਪਏ ਹੋ ਕਿ ਜੀ ਤੁਹਾਨੂੰ ਗੰਢੇ ਚਾਹੀਦੇ ਨੇ, ਤਰਕਾਰੀ ਚਾਹੀਦੀ ਅਤੇ ਫਲਾਣ ਚਾਹੀਦਾ, ਧਮਕਾਣ ਚਾਹੀਦਾ। ਖੈਰ ਉਹ ਨਾ ਮੰਨੇ। ਅੱਲਾਹ ਤਾਲਾ ਨੇ 40 ਸਾਲ ਤੇ ਉਹਨਾਂ ਨੂੰ ਦਿੱਤਾ ਸੀ। ਉਸ ਤੋਂ ਬਾਅਦ ਫਿਰ ਉਹ ਜੋ ਉਹਨਾਂ ਦੀ ਮਰਜ਼ੀ ਸੀ ਖਾਣ ਪੀਣ ਲੱਗ ਪਏ। ਉਸ ਤੋਂ ਬਾਅਦ ਲਾਗੇ ਉਹ ਇੰਨੀ ਉਹਨਾਂ ਦੀ ਆਪਣੇ ਚੌਧਰ ਬਣੀ ਕਿ ਇੱਕ ਸ਼ਹਿਰ ਦੇ ਲਾਗੇ ਜਿਹੜਾ ਉਹ ਬੜੇ ਪਤਾ ਲੱਗਾ ਜੀ ਆ ਬੜੇ ਜ਼ਾਲਮ ਲੋਕ ਨੇ, ਬੜੀ ਯਾਸ਼ੀ ਕਰਦੇ ਨੇ, ਇਹ ਕਰਦੇ ਨੇ, ਉਹ ਕਰਦੇ ਨੇ। ਉਸ ਸ਼ਹਿਰ 'ਤੇ ਉਹਨਾਂ ਨੇ ਕਬਜ਼ਾ ਵੀ ਕਰ ਲਿਆ ਅਤੇ ਅੱਲਾ ਨੇ ਹੁਕਮ ਦਿੱਤਾ ਕਿ ਮੂਸਾ ਇਹਨਾਂ ਨੂੰ ਆਖ ਹੈ ਸ਼ਹਿਰ ਜਿਹੜਾ ਹੁਣ ਇਹਨਾਂ ਨੂੰ ਫਤਿਹ ਮੈਂ ਕਰਾਇਆ ਨਾ, ਇਹਦੇ ਵਿੱਚ ਚਲੇ ਜਾਣ। ਹੁਣ ਜਿਹਦੇ ਮੇਨ ਐਂਟਰੈਂਸ 'ਤੇ ਇਹਨਾਂ 'ਚ ਦਾਖਲ ਹੋਣਾ ਨਾ, ਅਤੇ ਉਹ ਦਾਖਲ ਹੋਣ ਵਾਸਤੇ ਹਿੱਤਾਤੁਨ ਜਿਹੜਾ ਇਹ ਕਹਿੰਦੇ ਰਹਿਣ। ਅਤੇ ਜੇ ਇੰਝ ਕਹਿਣਗੇ ਨਾ ਤਾਂ ਮੈਂ ਇਹਨਾਂ ਨੂੰ ਇਹਨਾਂ ਦੇ ਪਿਛਲੇ ਗੁਨਾਹਾਂ ਦੀ ਮਾਫੀ ਦੇ ਦਿਆਂਗਾ। ਉਹ ਏਡੇ ਬਦਬਖਤ ਜਾਣਦਿਆਂ ਬੁੱਝਦਿਆਂ ਉਹਨਾਂ ਹਿੱਤਾਤੁਨ ਕੀ ਕਹਿਣਾ ਸੀ, ਉਹ ਲਫ਼ਜ਼ ਹੀ ਉਹਨਾਂ ਨਵਾਂ ਬਣਾ ਲਿਆ। ਉਹ ਨਵਾਂ ਲਫ਼ਜ਼ ਬਣਾ ਕੇ ਅਤੇ ਉਹਨਾਂ ਨੇ ਜਿਹਦੇ ਵਿੱਚ ਕਿ ਗੁਸਤਾਖੀ ਦਾ ਪਹਿਲੂ ਨਿਕਲਦਾ ਸੀ ਅਤੇ ਫਿਰ ਵੜ ਗਏ ਉੱਥੇ। ਇਹ ਕਹਾਣੀ ਹੈ ਉਹਨਾਂ ਨਾਸ਼ੁਕਰਿਆਂ ਦੀ ਕਿ ਜਿਨ੍ਹਾਂ ਨੂੰ ਰੱਬ ਨੇ ਆਜ਼ਾਦ ਕੀਤਾ ਕਰਾਇਆ ਫਿਰੌਨ ਦੇ ਜ਼ੁਲਮ ਤੋਂ। ਉਹਨਾਂ ਨੂੰ ਬੱਦਲ ਉਹਨਾਂ ਦੇ ਉੱਤੇ ਰੱਖਿਆ, ਮੀਂਹ ਵਰਾਇਆ ਉਹਨਾਂ 'ਤੇ, ਛਾਂ ਕੀਤੀ ਰੱਖੀ ਬੱਦਲਾਂ ਦੀ, ਮਨ ਸਲਵਾ ਦਿੱਤਾ, ਔਰ ਕੀ ਉਹਨਾਂ ਦੇ ਨਾਲ ਨੇਕੀਆਂ ਨਾ ਕੀਤੀਆਂ। ਉਂਝ ਉਹ ਨਾਸ਼ੁਕਰੇ ਨਿਕਲੇ ਅਤੇ ਨਾਸ਼ੁਕਰੇ ਜਿਹੜੇ ਨਿਕਲੇ ਅਤੇ ਉਹਨਾਂ ਦੇ ਉੱਤੇ ਫਿਰ ਰੱਬ ਦਾ ਅਜ਼ਾਬ ਆਇਆ। ਉਹ ਰੱਬ ਦਾ ਅਜ਼ਾਬ ਐਸਾ ਆਇਆ ਕਿ ਹਰ ਸ਼ੈ ਤਹਿਸ ਨਹਿਸ ਕਰ ਦਿੱਤੀ ਗਈ। ਅਤੇ ਕੰਮ ਦੀ ਗੱਲ ਇੱਥੇ ਮੁੱਕ ਦੀ ਗੱਲ ਇੱਥੇ ਆ ਕਿ ਔਖਾ ਭਾਰਾ ਵੇਲੇ ਰੱਬ ਲਿਆਉਂਦਾ ਬੰਦਿਆਂ 'ਤੇ, ਅਤੇ ਜੇ ਰੱਬ ਨਾਲ ਜੁੜੇ ਰਹੀਏ ਨਾ ਤਾਂ ਤਦਬੀਰ ਵੀ ਆਪ ਹੀ ਕਰਦਾ ਔਖੇ ਭਾਰੇ ਵਕਤ 'ਚੋਂ ਨਿਕਲਣ ਦੀ। ਜਿਵੇਂ ਬਨੀ ਇਸਰਾਈਲ ਦੀ ਕੌਮ ਜਿਹੜੀ ਹੈ ਉਹਨੂੰ ਕੱਢਿਆ ਮੂਸਾ अलैहिस्सलाम ਦੇ ਥਰੂ, ਅਤੇ ਮੂਸਾ अलैहिस्सलाम ਨੂੰ ਪਾਲਿਆ ਵੀ ਉਸ ਜ਼ਾਲਮ ਦੇ ਘਰ ਦੇ ਵਿੱਚ। ਦੂਸਰੀ ਗੱਲ ਜਿਹੜੀ ਇਹਦੀ ਸਬਕ ਇਹਦੇ 'ਚ ਇਹ ਆ ਕਿ ਜਿਸ ਹਾਲਤ 'ਚ ਵੀ ਹੈ ਉਹ ਘੱਟ ਖਾਂਦੇ ਹੋ ਵੱਧ ਖਾਂਦੇ ਹੋ, ਅੱਲਾ ਦਾ ਸ਼ੁਕਰ ਹਰ ਵੇਲੇ ਕਰਿਆ ਕਰੋ। ਜੇ ਤੁਸੀਂ ਰੱਬ ਦਾ ਸ਼ੁਕਰ ਕਰੋਗੇ ਨਾ ਅਤੇ ਤੁਹਾਨੂੰ ਤੁਹਾਡੀਆਂ ਜਿਹੜੀਆਂ ਨੇ ਇਹ ਨਿਹਮਤਾਂ ਇਹ ਵਧਣਗੀਆਂ, ਇਹ ਘਟਣਗੀਆਂ ਨਹੀਂ। ਅਤੇ ਜੇ ਖਾਂਦੇ ਪੀਂਦੇ ਉਹ ਠੰਡੇ ਦੁੱਧ ਨੂੰ ਫੂਕਾਂ ਮਾਰੋਗੇ ਨਾ ਅਤੇ ਤਬਾਹ ਹੋ ਜਾਓਗੇ, ਮੁੱਕ ਜਾਓਗੇ। ਇਸ ਵਾਸਤੇ ਰੱਬ ਦਾ ਸ਼ੁਕਰ ਕਰੋ ਹਰ ਹਾਲ ਦੇ ਵਿੱਚ।